ਅਕਾਲ ਪ੍ਰੋਗਰੈਸਿਵ ਸਲਾਹ ਦੇ ਪ੍ਰੋਗਰਾਮ ਇੱਕ ਓਂਕਾਰ ਵਿੱਚ ਆਪ ਜੀ ਦਾ ਸਵਾਗਤ ਹੈ। ਸਾਧ ਸੰਗਤ ਜੀ, ਮਨੁੱਖ ਦੇ ਜੀਵਨ ਵਿੱਚ ਸੰਗੀਤ ਇੱਕ ਅਹਿਮ ਸਥਾਨ ਰੱਖਦਾ ਹੈ। ਸੰਗੀਤ ਜਿਹੜਾ ਸੱਤ ਸੁਰਾਂ ਦਾ ਸੰਗਮ ਹੁੰਦਾ ਹੈ, ਜਿਹੜਾ ਜਦ ਇਹਨਾਂ ਸੱਤ ਸੁਰਾਂ ਵਿੱਚ ਸ਼ਬਦਾਂ ਨੂੰ ਪਰੋਇਆ ਜਾਂਦਾ ਹੈ ਤਦ ਇੱਕ ਇਸ ਤਰ੍ਹਾਂ ਦੀ ਊਰਜਾ ਉਤਪੰਨ ਹੁੰਦੀ ਹੈ ਜਿਹੜੇ ਸਾਡੇ ਮਨ, ਸਾਡੇ ਸਰੀਰ ਤੇ ਇੱਕ ਪ੍ਰਭਾਵ ਪਾਉਂਦੀ ਹੈ। ਤੇ ਅੱਜ ਦੇ ਇਸ ਪੂਰੇ ਇੱਕ ਓਂਕਾਰ ਸਫ਼ਰ ਵਿੱਚ ਹਮ ਸਫ਼ਰ ਬਣਨ ਵਾਸਤੇ ਮੌਜੂਦ ਨੇ ਡਾਕਟਰ ਜਗਮੇਲ ਸਿੰਘ ਭਾਟੂਆ, ਜਿਹੜੇ ਸੀਨੀਅਰ ਪੱਤਰਕਾਰ ਅਤੇ ਕੋਆਰਡੀਨੇਟਰ ਨੇ ਹਰੀ ਵਿਜੇਸ਼ ਕਲਚਰਲ ਫਾਊਂਡੇਸ਼ਨ ਦਿੱਲੀ ਵਿਖੇ। ਤੇ ਪਾਟੂ ਸਾਹਿਬ, ਤੁਹਾਡੇ ਦੇ ਇੱਕ ਓਂਕਾਰ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਮੇਲ ਸਿੰਘ ਜੀ, ਅੱਜ ਅਸੀਂ ਆਪਣਾ ਜਿਹੜਾ ਵਿਸ਼ਾ ਲਿਆ ਹੈ ਗੁਰਮਤਿ ਸੰਗੀਤ, ਪਰ ਪਹਿਲਾਂ ਅਸੀਂ ਚਾਹਾਂਗੇ ਤੁਸੀਂ ਕੁਝ ਸ਼ਬਦਾਂ ਵਿੱਚ ਸੰਖੇਪ ਰੂਪ ਵਿੱਚ ਸਾਨੂੰ ਦੱਸ ਸਕੋ ਕਿ ਸੰਗੀਤ ਕੀ ਹੈ, ਉਸ ਦਾ ਪ੍ਰਭਾਵ ਤੇ ਉਤਪਤੀ। ਜਦੋਂ ਤੋਂ ਮਨੁੱਖ ਨੇ ਇਸ ਧਰਤੀ ਦੇ ਉੱਪਰ ਜਨਮ ਲਿਆ, ਮਨੁੱਖ ਆਇਆ ਹੈ ਜੀ, ਉਸ ਦਾ ਜਿਹੜਾ ਸੰਬੰਧ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਲਾ ਦੇ ਨਾਲ ਜੁੜਿਆ ਰਿਹਾ ਹੈ ਜੀ। ਦੋ ਹੀ ਰੂਪਾਂ ਦੇ ਵਿੱਚ ਸਾਨੂੰ ਮਨੁੱਖ ਮਿਲਦਾ ਹੈ। ਇੱਕ ਤਾਂ ਉਹ ਹੈ ਜਿਹੜਾ ਕਿ ਜਿਸ ਨੂੰ ਕਿ ਆਪਾਂ ਅਸੱਭਿਅਕ ਤੌਰ ਤੇ ਜਾਣਦੇ ਹਾਂ, ਜਿਸ ਨੂੰ ਕਿ ਹਾਲੇ ਪੂਰੀ ਸੋਝੀ ਨਹੀਂ ਸੀ ਜੀ, ਤੇ ਇੱਕ ਉਹ ਮਨੁੱਖ ਹੈ ਜਿਸ ਨੂੰ ਕਿ ਪੂਰੀ ਸੋਝੀ ਆਣੀ ਆਰੰਭ ਹੋ ਜਾਂਦੀ ਹੈ ਜੀ। ਤੇ ਜਿਉਂ ਹੀ ਮਨੁੱਖ ਨੂੰ ਸੋਝੀ ਆਉਂਦੀ ਹੈ ਤਾਂ ਆਪਾਂ ਉਸ ਨੂੰ ਸੱਭਿਅਕ ਨਾਮ ਦੇ ਨਾਲ ਜਾਣਦੇ ਹਾਂ ਜੀ। ਤੇ ਜਦੋਂ ਮਨੁੱਖ ਸੱਭਿਅਕ ਹੋ ਜਾਂਦਾ ਹੈ, ਉਸ ਦੇ ਨਾਲ ਹੀ ਉਸ ਦਾ ਜਿਹੜਾ ਕਲਾ ਦਾ ਸਫ਼ਰ ਹੈ ਉਹ ਆਰੰਭ ਹੋ ਜਾਂਦਾ ਹੈ। ਸੋ ਵੱਖੋ ਵੱਖਰੀਆਂ ਕਲਾਵਾਂ ਨੇ। ਕਲਾ ਦਾ ਜਿਹੜਾ ਮੂਲ ਮਕਸਦ ਹੈ ਉਹ ਇਹ ਹੈ ਕਿ ਇੱਕ ਤਾਂ ਉਹ ਮਨੁੱਖ ਨੂੰ ਆਨੰਦ ਪ੍ਰਦਾਨ ਕਰੇ ਤੇ ਦੂਜਾ ਇਹ ਹੈ ਕਿ ਉਹ ਇਸ ਸੋਝ ਸਵਾਦ ਦੁਆਰਾ ਇਹ ਜਿਹੜਾ ਦਿਸਦਾ ਜਗਤ ਹੈ, ਪ੍ਰਕਿਰਤੀ ਹੈ, ਸ੍ਰਿਸ਼ਟੀ ਹੈ, ਇਹ ਸਾਰੇ ਨੂੰ ਚੰਗਾ ਬਣਾਵੇ, ਸੁੰਦਰ ਬਣਾਵੇ ਜੀ। ਤੋ ਇਸ ਤਰ੍ਹਾਂ ਇੱਕ ਜਿਹੜੇ ਨੈਤਿਕ ਗੁਣਾਂ ਦੀ ਆਪਣਾ ਮਤਲਬ ਮਨੁੱਖ ਦੇ ਵਿੱਚ ਜਿਹੜੀ ਸਥਾਪਨਾ ਹੈ ਉਹ ਕਲਾ ਦੇ ਦੁਆਰਾ ਪੁਰਾਤਨ ਇਤਿਹਾਸ ਦੇ ਵਿੱਚ ਆਪਾਂ ਵੇਖਦੇ ਹਾਂ। ਤੋ ਜਿੱਥੋਂ ਤੱਕ ਸੰਗੀਤ ਦੀ ਉਤਪਤੀ ਦਾ ਸੰਬੰਧ ਹੈ, ਤੋ ਸੰਗੀਤ ਲਈ ਦੁਨੀਆ ਦੇ ਵਿੱਚ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਅਲੱਗ-ਅਲੱਗ ਸ਼ਬਦ ਵਰਤੇ ਜਾਂਦੇ ਨੇ। ਯੂਨਾਨੀ ਭਾਸ਼ਾ ਦੇ ਵਿੱਚ ਮੌਸ਼ਕੀ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਲੈਟਿਨ ਦੇ ਵਿੱਚ ਮੂਸੀਕਾ, ਫਰਾਂਸੀਸੀ ਦੇ ਵਿੱਚ ਮੂਸੀਕ, ਅੰਗਰੇਜ਼ੀ ਦੇ ਵਿੱਚ ਸੰਗੀਤ ਵਾਸਤੇ ਮਿਊਜ਼ਿਕ ਸ਼ਬਦ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਮਿਊਜ਼ਿਕ ਹੈ ਇਸ ਸ਼ਬਦ ਦੀ ਉਤਪਤੀ ਵੀ ਪਿਛਲੇ ਜੀ ਫਰਾਂਸੀਸੀਆਂ ਹੋਰ ਭਾਸ਼ਾਵਾਂ ਤੋਂ ਹੋਈ ਹੈ, ਜਿਹੜਾ ਸਿਮਿਲੈਰਿਟੀ ਲੱਗ ਰਹੀ ਹੈ ਵਿਚਕਾਰ। ਨਹੀਂ, ਉਤਪਤੀ ਤਾਂ ਅਗਰ ਆਪਾਂ ਵੇਖਦੇ ਹਾਂ ਤਾਂ ਵਿਸ਼ਵ ਦੇ ਸਾਰੇ ਸੰਗੀਤ ਦੇ ਵਿੱਚ ਕੁਛ ਨਾ ਕੁਛ ਸਾਨੂੰ ਸਮਾਨਤਾ ਮਿਲਦੀ ਹੈ। ਤੇ ਅਸਲ ਦੇ ਵਿੱਚ ਕੀ ਹੈ, ਆਪਾਂ ਹੁਣ ਅੱਗੇ ਗੱਲ ਕਰਾਂਗੇ, ਇੱਕ ਨਾਦ ਦਾ ਸਫ਼ਰ ਹੈ ਜੀ। ਤੋ ਫਾਰਸੀ ਦੇ ਵਿੱਚ ਸੰਗੀਤ ਵਾਸਤੇ ਆਪਣਾ ਮਤਲਬ ਇਲਮੇ ਸੰਗੀਤ, ਇਲਮੇ ਮੌਸੀਕੀ, ਇਹ ਜਿਹੜੇ ਮਤਲਬ ਆਪਣਾ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤੋ ਇਹਦੇ ਵਿੱਚ ਮੂੰਹ ਤੋਂ ਭਾਵ ਹੈ ਆਵਾਜ਼ ਤੇ ਸੀਕੀ ਤੋਂ ਭਾਵ ਹੈ ਗੰਢ। ਮਤਲਬ ਕਿ ਆਵਾਜ਼ ਦੀ ਜਿਹੜੀ ਗੰਢ ਹੈ ਉਸ ਨੂੰ ਫਾਰਸੀ ਦੇ ਵਿੱਚ ਇਲਮੇ ਮੌਸੀਕੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਤੇ ਜਦੋਂ ਆਪਾਂ ਉਤਪਤੀ ਦੀ ਗੱਲ ਕਰਦੇ ਹਾਂ, ਕਿਉਂਕਿ ਪੂਰਬ ਅਤੇ ਪੱਛਮ ਦੇ ਅਲੱਗ-ਅਲੱਗ ਇਸ ਵਾਸਤੇ ਸਾਨੂੰ ਵਿਚਾਰਧਾਰਾਵਾਂ ਮਿਲਦੀਆਂ ਨੇ ਤੇ ਵੱਖੋ ਵੱਖਰੇ ਮਤ ਮਿਲਦੇ ਨੇ। ਜੇਕਰ ਆਪਾਂ ਪੂਰਬੀ ਜਿਹੜਾ ਹੈ ਚਿੰਤਨ ਹੈ, ਭਾਰਤੀ ਚਿੰਤਨ ਹੈ, ਉਹ ਇੱਥੋਂ ਦੇ ਧਾਰਮਿਕ ਦ੍ਰਿਸ਼ਟੀਕੋਣ ਨੂੰ ਆਪਾਂ ਸਾਹਮਣੇ ਰੱਖ ਕੇ ਗੱਲ ਕਰੀਏ ਤਾਂ ਸੰਗੀਤ ਵਿਦਿਆ ਨੂੰ ਅਧਿਆਤਮਕ ਖੇਤਰ ਦੇ ਵਿੱਚ ਧਾਰਮਿਕ ਦ੍ਰਿਸ਼ਟੀਕੋਣ ਦੇ ਖੇਤਰ ਤੋਂ ਜਿਹੜੇ ਸੰਗੀਤ ਵਿਦਿਆ ਹੈ ਆਪਣਾ, ਇਸ ਨੂੰ ਗੰਧਰਵ ਵਿਦਿਆ ਵੀ ਕਿਹਾ ਜਾਂਦਾ ਹੈ। ਤੇ ਇਸ ਦਾ ਗਾਇਨ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਗੰਧਰਵ ਆਖਿਆ ਜਾਂਦਾ ਹੈ। ਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਦੀ ਗਿਣਤੀ 6000 ਤੋਂ ਵੱਧ ਸੀ, ਪਰੰਤੂ 8 ਉਹਨਾਂ ਦੇ ਵਿੱਚ ਐਸੇ ਗੰਧਰਵ ਹੋਏ ਨੇ ਜਿਹੜੇ ਕਿ ਬੜੇ ਮਸ਼ਹੂਰ ਹੋਏ ਨੇ, ਜਿਵੇਂ ਕਿ ਹਾ ਹਾ, ਹੂ ਹੂ, ਚਿਤਰਰਥ, ਗੋਮਾਇਆ, ਇੱਕ ਨੰਦੀ ਉਹਨਾਂ ਦੇ ਵਿੱਚ ਮਸ਼ਹੂਰ ਹੋਇਆ। ਤੋ ਅਜਿਹੇ 8 ਨੇ ਜਿਹੜੇ ਕਿ ਬੜੇ ਮਸ਼ਹੂਰ ਮੰਨੇ ਗਏ ਨੇ। ਤੋ ਇਹ ਜਿਹੜਾ ਮਿਥਿਹਾਸ ਹੈ, ਧਾਰਮਿਕ ਦ੍ਰਿਸ਼ਟੀਕੋਣ ਹੈ, ਇਹਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਵੇਦਾਂ ਦੇ ਜਿਹੜੇ ਰਚੈਤਾ ਹੋਏ ਨੇ ਬ੍ਰਹਮਾ ਜੀ, ਉਹਨਾਂ ਦੇ ਮੁਖ ਤੋਂ ਸੰਗੀਤ ਦੀ ਜਿਹੜੀ ਹੈ ਉਹ ਸਿਰਜਣਾ ਹੋਈ ਹੈ। ਬ੍ਰਹਮਾ ਜੀ ਤੋਂ ਇਹ ਜਿਹੜੀ ਦਾਤ ਹੈ ਸ਼ਿਵ ਨੂੰ ਮਿਲੀ ਹੈ ਤੇ ਸ਼ਿਵ ਤੋਂ ਜਿਹੜੀ ਅੱਗੇ ਜਿਹੜੀ ਦਾਤ ਹੈ ਕਲਾ ਦੀ ਦੇਵੀ ਮਾਤਾ ਸਰਸਵਤੀ ਜੀ ਨੂੰ ਆਪਣਾ ਮਤਲਬ ਪ੍ਰਾਪਤ ਹੋਈ ਤੇ ਸਰਸਵਤੀ ਜੀ ਤੋਂ ਅੱਗੋਂ ਨਾਰਦ ਨੂੰ ਪ੍ਰਾਪਤ ਹੋਈ। ਤੇ ਨਾਰਦ ਨੇ ਸਵਰਗ ਲੋਕ ਦੇ ਜਿਹੜੇ ਗੰਧਰਵ ਨੇ, ਕਿੰਨਰ ਨੇ, ਅਪਸਰਾਵਾਂ ਨੇ, ਉਹਨਾਂ ਨੂੰ ਜਿਹੜੀ ਇਹ ਸੰਗੀਤ ਦੀ ਵਿਦਿਆ ਹੈ ਅੱਗੇ ਦਿੱਤੀ। ਤੇ ਇਸੇ ਤਰ੍ਹਾਂ ਜਿਹੜੇ
ਭੂ ਲੋਕ ਦੇ ਇਸ ਲੋਕ ਦੇ ਆਪਣਾ ਜਿਹੜੇ ਰਿਸ਼ੀ ਮੁਨੀ ਹੋਏ ਨੇ, ਭਰਤ ਮੁਨੀ ਜੀ ਜਾਂ ਹੋਰ ਤਪਸਵੀ ਹੋਏ ਨੇ, ਉਹਨਾਂ ਨੇ ਗੰਧਰਵਾਂ ਦੇ ਪਾਸੋਂ ਕਿੰਨਰਾਂ ਦੇ ਪਾਸੋਂ ਇਹ ਜਿਹੜਾ ਸੰਗੀਤ ਦਾ ਹੈ ਉਹ ਗਿਆਨ ਲਿਆ। ਸੋ ਇਸ ਤਰ੍ਹਾਂ ਇਹ ਇੱਕ ਸਾਡਾ ਧਾਰਮਿਕ ਦ੍ਰਿਸ਼ਟੀਕੋਣ ਹੈ ਜਿਹੜਾ ਕਿ ਅੱਜ ਵੀ ਅਕਾਦਮਿਕ ਖੇਤਰ ਦੇ ਵਿੱਚ ਜਿਹੜੇ ਸੰਗੀਤ ਦੀ ਖੋਜ ਕਰਦੇ ਨੇ ਉਹਨਾਂ ਨੂੰ ਇਸ ਨੂੰ ਸਾਹਮਣੇ ਰੱਖ ਕੇ ਕੰਮ ਕਰਨਾ ਪੈਂਦਾ ਹੈ, ਆਪਣੀ ਗੱਲ ਆਰੰਭ ਕਰਨੀ ਪੈਂਦੀ ਹੈ। ਤੇ ਜੇਕਰ ਆਪਾਂ ਵਿਸ਼ਵ ਦੇ ਵਿੱਚ ਦੇਖੀਏ ਤਾਂ ਜਿਹੜੇ ਬਹੁਤ ਸਾਰੇ ਵਿਦਵਾਨ ਨੇ, ਬਹੁਤ ਸਾਰੇ ਵਿਦਵਾਨ ਮੰਨਦੇ ਨੇ ਕਿ ਜਿਵੇਂ ਕਿ ਪ੍ਰਕਿਰਤੀ ਦੇ ਵਿੱਚ ਹਰ ਚੀਜ਼ ਦਾ ਜਿਹੜਾ ਹੈ ਵਿਕਾਸ ਆਪਣਾ ਉਹ ਸਮੇਂ ਦੇ ਨਾਲ ਹੁੰਦਾ ਗਿਆ, ਇਸ ਤਰ੍ਹਾਂ ਸੰਗੀਤ ਵੀ ਮਨੁੱਖ ਦੇ ਜੀਵਨ ਦੇ ਵਿੱਚ ਆਪਣੇ ਆਪ ਚੱਲਦਾ ਗਿਆ। ਤੇ ਫਰਾਇਡ ਵਰਗੇ ਜਿਹੜੇ ਮਨੋਵਿਗਿਆਨੀ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮਨੁੱਖ ਦੇ ਵਿੱਚ ਜਿਹੜੀਆਂ ਤ੍ਰਿਪਤ ਇੱਛਾਵਾਂ ਨੇ, ਅਤ੍ਰਿਪਤ ਇੱਛਾਵਾਂ ਨੇ, ਜਿਹੜੀਆਂ ਕਿ ਉਹਦੀਆਂ ਵਾਸ਼ਨਾਵਾਂ ਦੱਬੀਆਂ ਪਈਆਂ ਨੇ, ਉਹਨਾਂ ਦਾ ਜਦੋਂ ਉਭਾਰ ਹੁੰਦਾ ਹੈ, ਉਹ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਉਹ ਕਿਸੇ ਵੀ ਕਲਾ ਦੇ ਰੂਪ ਦੇ ਵਿੱਚ ਆਪਣਾ ਉਹ ਬਾਹਰ ਆਉਂਦੀਆਂ ਨੇ। ਸੋ ਇਹ ਵੀ ਇੱਕ ਦ੍ਰਿਸ਼ਟੀਕੋਣ ਹੈ। ਸੋ ਮੂਲ ਰੂਪ ਦੇ ਵਿੱਚ ਕੀ ਹੈ ਕਿ ਸੰਗੀਤ ਜੋ ਹੈ ਇਹ ਇੱਕ ਨਾਦ ਦਾ ਕਲਾਮਈ ਰੂਪ ਹੈ। ਨਾਦ ਨੂੰ ਨਿਯਮ ਦੇ ਵਿੱਚ ਬੰਨ੍ਹ ਕੇ ਪੇਸ਼ ਕੀਤਾ ਗਿਆ ਹੈ। ਤੋ ਇਹ ਜਿਹੜਾ ਨਾਦ ਹੈ, ਨਾਦ ਨੂੰ ਸਮਝਣਾ ਬੜਾ ਜ਼ਰੂਰੀ ਹੈ। ਨਾਦ ਨੂੰ ਦੋ ਰੂਪਾਂ ਦੇ ਵਿੱਚ ਆਪਾਂ ਵੇਖਦੇ ਹਾਂ। ਇੱਕ ਤਾਂ ਉਹ ਨਾਦ ਹੈ ਆਹਤ ਨਾਦ, ਜਿਹੜਾ ਕਿ ਕਿਸੇ ਵੀ ਟੱਕਰ ਤੋਂ, ਕਿਸੇ ਵੀ ਸਪਰਸ਼ ਤੋਂ ਪੈਦਾ ਹੁੰਦਾ ਹੈ। ਦੂਜਾ ਜਿਹੜਾ ਨਾਦ ਹੈ ਉਸਨੂੰ ਆਪਾਂ ਅਨਾਹਤ ਨਾਦ ਆਖਦੇ ਹਾਂ, ਜਿਸ ਨੂੰ ਕਿ ਕਿਸੇ ਸਪਰਸ਼ ਦੀ, ਕਿਸੇ ਆਪਣਾ ਟੱਕਰ ਦੀ ਜ਼ਰੂਰਤ ਨਹੀਂ, ਉਹ ਆਪਣੇ ਆਪ ਤੋਂ ਹੈ। ਤੇ ਜੇਕਰ ਆਪਾਂ ਵਿਗਿਆਨ ਦੇ ਤੌਰ ਤੇ ਲਈਏ ਤਾਂ ਜਿਹੜੇ ਸਾਇੰਟਿਸਟ ਨੇ ਉਹ ਧੁਨੀ ਨੂੰ ਮਾਤਰ ਇੱਕ ਧੁਨੀ ਮੰਨਦੇ ਨੇ, ਹੋਰ ਕੁਝ ਨਹੀਂ ਮੰਨਦੇ। ਪਰੰਤੂ ਦੂਜੇ ਪਾਸੇ ਜਿਹੜੇ ਦਾਰਸ਼ਨਿਕ ਹੋਏ ਨੇ ਉਹ ਮੰਨਦੇ ਨੇ ਕਿ ਜਿਹੜੀ ਧੁਨੀ ਹੈ ਇਹ ਸ੍ਰਿਸ਼ਟੀ ਦਾ ਮੂਲ ਹੈ। ਸੋ ਇਸ ਤਰ੍ਹਾਂ ਜਿਹੜੀ ਧੁਨੀ ਹੈ ਦੋ ਰੂਪਾਂ ਦੇ ਵਿੱਚ ਇਸ ਨੂੰ ਵਿਦਵਾਨਾਂ ਨੇ ਸਵੀਕਾਰਿਆ ਹੈ। ਇੱਕ ਤਾਂ ਸਿਰਫ ਧੁਨੀ ਦੇ ਰੂਪ ਦੇ ਵਿੱਚ ਤੇ ਇੱਕ ਸ੍ਰਿਸ਼ਟੀ ਦੇ ਮੂਲ ਦੇ ਰੂਪ ਦੇ ਵਿੱਚ। ਤੋ ਜਦੋਂ ਸ੍ਰਿਸ਼ਟੀ ਦੇ ਮੂਲ ਦੇ ਰੂਪ ਦੇ ਵਿੱਚ ਆਪਾਂ ਇਸ ਨੂੰ ਪ੍ਰਵਾਨ ਕਰ ਲੈਂਦੇ ਹਾਂ ਤਾਂ ਅਸੀਂ ਧਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਾਂ। ਤੋ ਦੋ ਪ੍ਰਕਾਰ ਦੀ ਜਿਹੜੀ ਸਾਡੀ ਸੋਚ ਹੈ, ਦੋ ਪ੍ਰਕਾਰ ਦਾ ਜਿਹੜਾ ਸਾਡਾ ਜੀਵਨ ਦਾ ਇੱਕ ਸਟਾਈਲ ਹੈ, ਉਹ ਆਪਾਂ ਵੇਖਦੇ ਹਾਂ ਕਿ ਜਦੋਂ ਤਾਂ ਮਨੁੱਖ ਸਿਰਫ ਦਿਮਾਗ ਦੀ ਵਰਤੋਂ ਕਰਦਾ ਹੈ ਤੇ ਹਿਰਦੇ ਨੂੰ ਦਬਾ ਦਿੰਦਾ ਹੈ ਜੀ, ਤਾਂ ਸਿਰਫ ਦਿਮਾਗ ਦੀ ਵਰਤੋਂ ਕਰਕੇ ਹਿਰਦੇ ਨੂੰ ਦਬਾ ਕੇ ਜਿਹੜੀ ਚੀਜ਼ ਸਾਹਮਣੇ ਆਉਂਦੀ ਹੈ ਉਹ ਵਿਗਿਆਨ ਹੈ। ਤੇ ਦੂਜੇ ਪਾਸੇ ਜਦੋਂ ਸਿਰਫ ਹਿਰਦਾ ਰਹਿ ਜਾਂਦਾ ਹੈ ਤੇ ਦਿਮਾਗ ਨੂੰ ਦਬਾਇਆ ਜਾਂਦਾ ਹੈ ਤਾਂ ਹਿਰਦੇ ਦਾ ਜਿਹੜਾ ਕਲਪਿਤ ਸੰਸਾਰ ਹੈ ਆਪਣਾ ਮਤਲਬ ਸਾਹਮਣੇ ਆਉਂਦਾ ਹੈ, ਕਲਪਨਾ ਦਾ ਜਗਤ ਹੈ ਜਿਸ ਦੇ ਵਿੱਚ ਕਿ ਕਲਾ ਹੈ, ਸੰਗੀਤ ਹੈ। ਪਰੰਤੂ ਤੀਜੀ ਗੱਲ ਇੱਥੇ ਇੱਕ ਹੋਰ ਹੈ, ਜਦੋਂ ਦਿਲ ਤੇ ਦਿਮਾਗ ਦਾ ਮਿਲਾਪ ਹੋ ਜਾਂਦਾ ਹੈ ਤਾਂ ਦੋਵਾਂ ਦੇ ਮਿਲਾਪ ਤੋਂ ਜਿਹੜੀ ਚੀਜ਼ ਸਾਹਮਣੇ ਆਉਂਦੀ ਹੈ ਉਹ ਧਰਮ ਹੈ। ਇੱਥੋਂ ਹੀ ਧਰਮ ਦਾ ਆਰੰਭ ਹੁੰਦਾ ਹੈ। ਤੋ ਇੱਥੇ ਜਿਹੜੀ ਆਪਣਾ ਮਤਲਬ ਕੋਈ ਵੀ ਜਿਹੜਾ ਜੀਵ ਜਾਂ ਜਿਹੜਾ ਖੋਜਾਰਥੀ ਜਾਂ ਫਿਰ ਜਿਹੜਾ ਜਿਗਿਆਸੂ ਦਿਲ ਅਤੇ ਦਿਮਾਗ ਦੇ ਨਾਲ ਖੋਜ ਦੇ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਇੱਕ ਓਮਕਾਰ ਦੇ ਵਿੱਚੋਂ ਪ੍ਰਵੇਸ਼ ਕਰ ਜਾਂਦਾ ਹੈ। ਯਾਨੀ ਪਰਮਾਤਮਾ ਦੀ ਪ੍ਰਾਪਤੀ ਹੈ, ਕਹਿ ਸਕਦੇ ਧਰਮ ਹੈ ਜਿਹਦੇ ਵਿੱਚ ਦਿਮਾਗ ਤੇ ਦਿਲ ਮਿਲਾਪ, ਦਿਮਾਗ ਤੇ ਦਿਲ ਦਾ ਮਿਲਾਪ ਹੈ। ਅਸੀਂ ਕਹਿ ਸਕਦੇ ਹਾਂ ਕਿ ਸੋਚ ਤੇ ਸਮਝ ਤੇ ਨਾਲ ਦੇ ਨਾਲ ਮਨ ਦੀ ਜਿਹੜੀ ਅਸੀਂ ਕਹਿੰਦੇ ਸਥਿਤੀ, ਦੋਨਾਂ ਦਾ ਮਿਲਾਪ ਅਸੀਂ ਕਹਿ ਸਕਦੇ ਹਾਂ ਧਰਮ। ਜੀ, ਤੇ ਦੋਹਾਂ ਦਾ ਮਿਲਾਪ ਹੈ। ਤੇ ਜਦੋਂ ਅਜਿਹਾ ਮਿਲਾਪ ਹੋ ਜਾਂਦਾ ਹੈ ਤਾਂ ਫਿਰ ਉਹ ਜਿਹੜੀ ਮੂਲ ਧਵਨੀ ਹੈ ਜਿਸ ਨੂੰ ਕਿ ਨਾਦ ਬ੍ਰਹਮ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਹੈ, ਜਿਸ ਨੂੰ ਕਿ ਆਪਾਂ ਇੱਕ ਓਮਕਾਰ ਰੂਪ ਦੇ ਵਿੱਚ ਜਾਣਦੇ ਹਾਂ, ਉਹਦੇ ਨਾਲ ਉਹ ਜੁੜ ਜਾਂਦਾ ਹੈ ਤੇ ਉਸ ਦਾ ਉਹਨੂੰ ਆਪਣਾ ਇੱਕ ਵੱਖਰਾ ਅਨੁਭਵ ਹੁੰਦਾ ਹੈ। ਤੇ ਮੈਂ ਇੱਥੇ ਇਹ ਵੀ ਆਖ ਦੇਵਾਂ ਕਿ ਇਹ ਜਿਹੜਾ ਨਾਦ ਦੇ ਵਿੱਚ ਕਰਨਾ ਇਹ ਹੀ ਅਸਲੀ ਸੰਗੀਤ ਹੈ। ਤੇ ਇਸ ਦੇ ਵਿੱਚ ਪ੍ਰਵੇਸ਼ ਕਰਨ ਵਾਸਤੇ ਜਿਗਿਆਸੂ ਨੂੰ ਸਿਰਫ ਧਿਆਨ ਕਰਨ ਦੀ ਜ਼ਰੂਰਤ ਹੈ, ਉਸ ਨੂੰ ਉਦਮ ਕਰਨ ਦੀ ਜ਼ਰੂਰਤ ਹੈ। ਤੇ ਕੋਈ ਵੀ ਇਹ ਜਿਹੜਾ ਸੰਗੀਤ ਹੈ, ਜਿਹੜਾ ਕਿ ਅੰਦਰੂਨੀ ਸੰਗੀਤ ਹੈ, ਜਿਹੜਾ ਕਿ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ, ਉਸ ਨੂੰ ਕੋਈ ਵੀ ਜਿਹੜਾ ਹੈ ਜਿਗਿਆਸੂ ਉਹ ਅਨੁਭਵ ਕਰ ਸਕਦਾ ਹੈ। ਤੇ ਇਸ ਦੇ ਬਹੁਤ ਸਾਰੇ ਲਾਭ ਨੇ ਤੇ ਉਹ ਸੱਚਾਈ ਦੇ ਨਾਲ ਜੁੜੇਗਾ। ਸੱਚਾਈ ਦੇ ਨਾਲ ਜੁੜਨ ਤੋਂ ਇਲਾਵਾ ਜਿਹੜੇ ਦੁਨਿਆਵੀ ਰੋਗ ਨੇ, ਸੋਗ ਨੇ, ਉਹਨਾਂ ਤੋਂ ਵੀ ਇਹ ਸੰਗੀਤ ਦੇ ਨਾਲ ਜੁੜ ਕੇ ਮੁਕਤੀ ਪਾ ਸਕਦਾ ਹੈ, ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤੇ ਜੇਕਰ ਅਸੀਂ ਹੁਣ ਸੰਗੀਤ ਦੀ ਤੁਸੀਂ ਗੱਲ ਕੀਤੀ ਤੇ ਅਸੀਂ ਅਗਰ ਜੇਕਰ ਗੁਰਮਤ ਸੰਗੀਤ ਵੱਲ ਜਾਈਏ, ਅਸੀਂ ਦੇਖਦੇ ਹਾਂ ਗੁਰਮਤ ਸੰਗੀਤ ਵਿੱਚ ਅਸੀਂ ਦੇਖਦੇ ਹਾਂ ਰਾਗ 31 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਰਜ ਹੈ, ਵੱਖ-ਵੱਖ ਤਰਤੀਬ ਦੱਸੀ ਗਈ ਹੈ ਸਾਨੂੰ ਕਿ ਕਿਸ ਤਰ੍ਹਾਂ ਅਸੀਂ ਬਾਣੀ ਨੂੰ ਗਾਉਣਾ ਹੈ। ਤੇ ਇੱਕ ਗੁਰਮਤ ਸੰਗੀਤ ਇੱਕ ਐਸਾ ਕਹਿ ਸਕਦੇ ਹਾਂ ਇੱਕ ਵੱਡਾ ਕਨਸੈਪਟ, ਇੱਕ ਵੱਡਾ ਸਬਜੈਕਟ ਵੱਖਰਾ ਹੈ। ਦੇਖੋ ਜਸਪਾਲ ਜੀ, ਭਾਰਤੀ ਪਰੰਪਰਾ ਦੇ ਵਿੱਚ ਗਾਇਨ, ਵਾਦਨ ਤੇ ਨਿਰਤ ਇਹ ਤਿੰਨਾਂ ਕਲਾਵਾਂ ਦੇ ਸਮੂਹ ਨੂੰ ਸੰਗੀਤ ਮੰਨਿਆ ਜਾਂਦਾ ਹੈ। ਤੋ ਗਾਇਨ ਕੀ ਹੈ? ਗਾਇਨ ਦੇ ਵਿੱਚ ਸਵਰ ਲੈਅ ਦੇ ਨਾਲ ਸਾਹਿਤ ਦਾ ਇੱਕ ਜਿਹੜਾ ਕਾਵਿ ਰੂਪ ਹੈ ਉਹ ਸ਼ਾਮਲ ਹੁੰਦਾ ਹੈ ਤੇ ਉਸ ਨੂੰ ਆਪਾਂ ਗਾਇਨ ਆਖ ਦਿੰਦੇ ਹਾਂ। ਤੋ ਇਸ ਤਰ੍ਹਾਂ ਇਹ ਜੇ ਆਪਾਂ ਦੀ ਪਰੰਪਰਾ ਦੇ ਵੱਲ ਜਾਈਏ, ਜਿਹੜੀ ਕਲਾ ਦੀ ਦੇਵੀ
ਮਾਤਾ ਸਰਸਵਤੀ ਦੀ ਆਪਾਂ ਗੱਲ ਕਰਦੇ ਹਾਂ। ਮਾਂ ਸਰਸਵਤੀ ਦੇ ਇੱਕ ਹੱਥ ਦੇ ਵਿੱਚ ਵੀਣਾ ਫੜੀ ਹੋਈ ਹੈ, ਦੂਜੇ ਹੱਥ ਦੇ ਵਿੱਚ ਉਹਦੇ ਕਿਤਾਬ ਹੈ ਜੀ। ਤੋ ਕਿਤਾਬ ਤੇ ਜਿਹੜੀ ਆਪਣਾ ਇੱਕ ਸਾਜ਼ ਹੈ, ਆਪਣਾ ਦੋਨਾਂ ਦਾ ਸੁਮੇਲ ਜਿਹੜਾ ਹੈ, ਉਹ ਸਾਨੂੰ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਕਿ ਭਾਰਤ ਦੇ ਵਿੱਚ, ਸਾਡੀ ਇੱਥੋਂ ਦੀ ਪਰੰਪਰਾ ਦੇ ਵਿੱਚ ਸਾਹਿਤ ਅਤੇ ਸੰਗੀਤ ਦਾ ਜਿਹੜਾ ਸੁਮੇਲ ਹੈ ਉਹ ਬੜਾ ਪੁਰਾਣਾ ਹੈ। ਤੇ ਜੇਕਰ ਆਪਾਂ ਪੱਛਮੀ ਤੇ ਪੂਰਬੀ ਚਿੰਤਕਾਂ ਦੀ ਗੱਲ ਕਰਦੇ ਹਾਂ, ਚਿੰਤਕਾਂ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਨੇ ਵੀ ਸਾਹਿਤ ਅਤੇ ਸੰਗੀਤ ਦੇ ਸੁਮੇਲ ਨੂੰ ਸਵੀਕਾਰਿਆ ਹੈ। ਤੇ ਇੱਕ ਹੋਰ ਜਿਹੜੀ ਗੱਲ ਇੱਥੇ ਕਰਨ ਵਾਲੀ ਹੈ, ਦੁਨੀਆ ਦੇ ਸਭ ਤੋਂ ਪੁਰਾਣੇ ਜਿਹੜੇ ਗ੍ਰੰਥ ਨੇ, ਮਹੱਤਵਪੂਰਨ ਗ੍ਰੰਥ ਨੇ, ਵੇਦ ਜੀ, ਰਿਗਵੇਦ ਦਾ ਸਵਰਾਂ ਦੇ ਵਿੱਚ ਅੰਕਿਤ ਪਾਇਆ ਜਾਣਾ, ਉਸ ਮੌਕੇ ਦੇ ਜਿਹੜੇ ਸਵਰ ਸੀ ਸੰਗੀਤ ਦੇ, ਉਦਾਤ, ਅਨੁਦਾਤ ਤੇ ਸਵਰਿਤ ਜੀ, ਇਹਨਾਂ ਸਵਰਾਂ ਦੇ ਵਿੱਚ ਅੰਕਿਤ ਪਾਇਆ ਜਾਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਾਹਿਤ ਅਤੇ ਸੰਗੀਤ ਦਾ ਜਿਹੜਾ ਸੁਮੇਲ ਹੈ ਉਹ ਬੜਾ ਪੁਰਾਣਾ ਹੈ। ਤੇ ਇਸ ਤੋਂ ਆਪਾਂ ਥੋੜੇ ਹੋਰ ਅੱਗੇ ਵੱਧਦੇ ਹਾਂ। ਸਾਡਾ ਜਿਹੜਾ ਮਹਾਂਕਾਵਿ ਹੈ ਭਾਰਤ ਦਾ, ਵਾਲਮੀਕੀ ਜਿਹੜੀ ਰਮਾਇਣ ਲਿਖੀ ਹੋਈ ਹੈ, ਉਸ ਦਾ ਲਵ ਕੁਸ਼ ਵੱਲੋਂ ਗਾਇਆ ਜਾਣਾ, ਸੂਰਦਾਸ ਜੀ, ਤੁਲਸੀਦਾਸ ਜੀ, ਮੀਰਾ, ਤੁਕਾਰਾਮ, ਚੈਤਨਯ, ਤਿਆਗਰਾਜ, ਜੈਦੇਵ, ਸਿੱਖ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਉਹਨਾਂ ਸਾਰਿਆਂ ਦੀ ਜਿਹੜੀ ਕਾਵਿ ਰਚਨਾ ਹੈ ਉਸ ਦੇ ਵਿੱਚ ਸੰਗੀਤ ਨੂੰ ਮਹੱਤਵਪੂਰਨ ਸਥਾਨ ਦੇਣਾ, ਇਹ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਦੇ ਵਿੱਚ ਸਾਹਿਤ ਅਤੇ ਸੰਗੀਤ ਦਾ ਇੱਕ ਪੁਰਾਣਾ ਰਿਸ਼ਤਾ ਹੈ। ਤੇ ਜਿੱਥੋਂ ਤੱਕ ਆਪਨੇ ਗੁਰਮਤਿ ਸੰਗੀਤ ਦੇ ਆਪਣਾ ਗੱਲ ਕੀਤੀ ਕਿ ਗੁਰਮਤਿ ਸੰਗੀਤ ਹੈ ਕੀ ਹੈ, ਤੋ ਕੀਰਤਨ ਜਿਹੜਾ ਸ਼ਬਦ ਹੈ, ਕੀਰਤਨ ਸ਼ਬਦ ਦੇ ਨਾਲ ਆਪਾਂ ਗੁਰਮਤਿ ਸੰਗੀਤ ਨੂੰ ਜਾਣਦੇ ਹਾਂ। ਤੇ ਭਾਰਤੀ ਪਰੰਪਰਾ ਦੇ ਵਿੱਚ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ ਦੇ ਵਿੱਚ ਆਪਣੀਆਂ ਪਰੰਪਰਾਵਾਂ ਨੇ ਸੰਗੀਤ ਦੀਆਂ। ਉੱਥੋਂ ਦੀ ਇੱਕ ਵਾਦਨ ਪਰੰਪਰਾ ਹੈ ਸ਼ਾਸਤਰੀ ਸੰਗੀਤ ਦੀ, ਉੱਥੋਂ ਸ਼ਾਸਤਰੀ ਸੰਗੀਤ ਦੀ ਇੱਕ ਗਾਇਨ ਪਰੰਪਰਾ ਹੈ, ਤੇ ਉੱਥੋਂ ਦਾ ਸੂਫੀ ਸੰਗੀਤ ਵੀ ਹੈ, ਲੋਕ ਸੰਗੀਤ ਵੀ ਹੈ, ਤੇ ਗੁਰਮਤਿ ਸੰਗੀਤ ਵੀ ਹੈ। ਤੋ ਗੁਰਮਤਿ ਸੰਗੀਤ ਦੇ ਵਿੱਚ ਕੀਰਤਨ ਸ਼ਾਮਲ ਹੈ। ਤੋ ਕੀਰਤਨ ਸ਼ਬਦ ਇਸ ਤੋਂ ਪਹਿਲਾਂ ਵੀ ਵਰਤੋਂ ਵਿੱਚ ਹੁੰਦਾ ਆ ਰਿਹਾ ਹੈ। ਤੋ ਯੱਗਾਂ ਦੇ ਸਮੇਂ ਆਪਣਾ ਜੋ ਸ਼ਲੋਕ ਪੜ੍ਹੇ ਜਾਂਦੇ, ਉਹਨਾਂ ਦੇ ਵਾਸਤੇ ਵੀ ਕੀਰਤਨ ਸ਼ਬਦ ਦੀ ਵਰਤੋਂ ਹੁੰਦੀ ਸੀ। ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਉਪਮਾ ਦੇ ਵਿੱਚ ਜਿਹੜੇ ਭਜਨ ਗਾਏ ਜਾਂਦੇ, ਉਸ ਨੂੰ ਵੀ ਕੀਰਤਨ ਕਿਹਾ ਜਾਂਦਾ ਹੈ। ਪਰੰਤੂ ਇਹ ਜਿਹੜਾ ਕੀਰਤਨ ਹੈ, ਇਸ ਨੂੰ ਨਿਰਵਾਣ ਕੀਰਤਨ ਦੇ ਨਾਲ ਜਾਣਿਆ ਜਾਂਦਾ ਹੈ। ਇਸ ਦੀ ਵੱਖਰਤਾ ਇਹ ਹੈ ਕਿ ਇਹਦੇ ਵਿੱਚ ਕਿਸੇ ਵੀ ਦੇਵੀ ਦੇਵਤੇ ਜਾਂ ਰਾਜੇ ਮਹਾਰਾਜਿਆਂ ਦੀ ਪ੍ਰਸ਼ੰਸਾ ਦੀ ਥਾਂ ਉਸ ਇੱਕ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ ਹੈ। ਸੋ ਜਦੋਂ ਗੁਰਬਾਣੀ ਆਈ, ਗੁਰਬਾਣੀ ਦੇ ਨਾਲ ਹੀ ਇਹ ਜਿਹੜਾ ਕੀਰਤਨ ਹੈ ਉਹ ਆਇਆ। ਸਭ ਤੋਂ ਪਹਿਲਾਂ ਜਿਹੜੀ ਇਹ ਦਾਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨੂੰ ਬਖਸ਼ਿਸ਼ ਕੀਤੀ, ਤੇ ਭਾਈ ਮਰਦਾਨਾ ਜੀ ਤੋਂ ਬਾਅਦ ਗੁਰੂ ਸਾਹਿਬਾਨ ਖੁਦ ਵੀ ਕੀਰਤਨ ਕਰਦੇ ਰਹੇ ਨੇ, ਤੇ ਹੋਰ ਵੀ ਗੁਰੂ ਘਰ ਦੇ ਬਹੁਤ ਵੱਡੇ ਵੱਡੇ ਕੀਰਤਨੀ ਹੋਏ ਨੇ ਜੀ। ਬਿਲਕੁਲ ਅਸੀਂ ਕਹਿ ਸਕਦੇ ਹਾਂ ਕਿ ਕੀਰਤਨ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਪਰੰਪਰਾ ਫਿਰ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸ਼ੁਰੂ ਕੀਤੀ ਮਰਦਾਨੇ ਦੇ ਰਬਾਬ ਦੇ ਨਾਲ, ਤੇ ਉਸ ਤੋਂ ਬਾਅਦ ਇਹ ਅੱਗੇ ਵੱਧਦੀ ਗਈ। ਤੇ ਪਹਿਲੇ ਪਟ ਸਾਹਿਬਾਨਾਂ ਨੇ ਕੀਰਤਨ ਕੀਤਾ ਗੁਰੂ ਘਰ ਵਿੱਚ, ਤੇ ਉਸ ਤੋਂ ਬਾਅਦ ਫਿਰ ਗੁਰੂ ਸਾਹਿਬਾਨਾਂ ਨੇ ਵੀ ਸਿੱਖਾਂ ਨੂੰ ਦਾਤ ਬਖਸ਼ਿਸ਼ ਕੀਤੀ ਕਿ ਕੀਰਤਨ ਦੀ, ਜਿਸ ਨਾਲ ਸਿੱਖਾਂ ਨੇ ਵੀ ਅਸੀਂ ਕਹਿ ਸਕਦੇ ਹਾਂ ਕੀਰਤਨ ਸ਼ੁਰੂ ਕੀਤਾ। ਤੇ ਅਸੀਂ ਹੁਣ ਜੇਕਰ ਅਸੀਂ ਗੱਲ ਕਰੀਏ ਕੀਰਤਨ ਕਰਨ ਲਈ ਰਾਗਾਂ ਦੀ ਤਰਤੀਬ ਬਾਰੇ ਦੱਸਿਆ ਗਿਆ ਹੈ, ਤਾਂ ਪਹਿਲਾਂ ਤਾਂ ਅਸੀਂ ਚਾਹਾਂਗੇ ਕੁਝ ਸ਼ਬਦਾਂ ਵਿੱਚ ਸਾਨੂੰ ਰਾਗਾਂ ਦੇ ਬਾਰੇ ਜਿਹੜੀ ਮਹੱਤਤਾ ਹੈ ਉਹ ਦੱਸੋ। ਕਿਸ ਤਰ੍ਹਾਂ ਰਾਗ ਜੋ ਹੈ ਇਹ ਭਾਰਤੀ ਸੰਗੀਤ ਦੇ ਵਿੱਚ ਸੰਗੀਤ ਦੀ ਆਤਮਾ ਮੰਨਿਆ ਗਿਆ ਹੈ ਜੀ। ਵੱਖੋ ਵੱਖਰੇ ਰਾਗ ਨੇ, ਜਿਵੇਂ ਆਪਾਂ ਨੇ ਹੁਣ ਨਾਦ ਦੀ ਗੱਲ ਕੀਤੀ ਹੈ, ਉਸੇ ਨਾਦ ਨੂੰ ਜਦੋਂ ਆਪਾਂ ਵੱਖੋ ਵੱਖਰੇ ਰੂਪਾਂ ਦੇ ਵਿੱਚ ਬੰਨ੍ਹ ਲੈਂਦੇ ਹਾਂ ਜੀ, ਅਲੱਗ-ਅਲੱਗ ਰੂਪਾਂ ਦੇ ਵਿੱਚ ਬੰਨ੍ਹ ਕੇ ਆਪਾਂ ਉਸ ਨੂੰ ਪੇਸ਼ ਕਰਦੇ ਹਾਂ ਕਿਸੇ ਨਿਯਮ ਦੇ ਵਿੱਚ, ਤਾਂ ਉਹ ਰਾਗ ਬਣ ਜਾਂਦਾ ਹੈ। ਰਾਗਾਂ ਦੇ ਆਰੰਭ ਤੋਂ ਪਹਿਲਾਂ ਸਾਨੂੰ ਜਾਤੀ ਸ਼ਬਦ ਦੀ ਵਰਤੋਂ ਮਿਲਦੀ ਹੈ। ਜਾਤੀਆਂ ਹੁੰਦੀਆਂ ਸੀ, ਜਾਤੀਆਂ ਤੋਂ ਬਾਅਦ ਹੀ ਰਾਗ ਬਣੇ ਨੇ। ਤੋ ਰਾਗ ਦੇ ਵੀ ਆਰੰਭ ਦੇ ਵਿੱਚ ਆਪਣਾ ਥਾਟ ਮੰਨੇ ਜਾਂਦੇ ਨੇ ਹਿੰਦੁਸਤਾਨੀ ਸੰਗੀਤ ਦੇ ਵਿੱਚ, ਬਣਾ ਕੇ ਇੰਨੇ ਥਾਟ ਨੇ, ਉਹਨਾਂ ਬਾਰੇ ਵੀ ਵੱਖੋ ਵੱਖਰੇ ਮਤਭੇਦ ਰਹੇ ਨੇ। ਤੋ ਅਸਲ ਦੇ ਵਿੱਚ ਰਾਗ ਕੀ ਹੈ? ਸਵਰਾਂ ਦਾ ਇੱਕ ਸਮੂਹ ਹੈ ਜੀ, ਤੇ ਜਿਹੜੇ ਸਵਰ ਨੇ ਉਹਨਾਂ ਦਾ ਸੰਬੰਧ ਅੱਗੇ ਸਾਡੇ ਭਾਵਾਂ ਦੇ ਨਾਲ ਹੈ ਜੀ। ਜਿਵੇਂ ਕਿ ਕਾਵਿ ਦੇ ਵਿੱਚ ਮੰਨਿਆ ਜਾਂਦਾ ਹੈ ਕਿ 9 ਰਸ ਨੇ, ਹਾਸ ਰਸ ਹੈ, ਕਰੁਣਾ ਰਸ ਹੈ, ਰੌਂਦਰ ਰਸ ਹੈ, ਭਿਆਨਕ ਰਸ ਹੈ। ਤੋ ਉਹ ਰਸਾਂ ਨੂੰ ਸੰਗੀਤ ਦੁਆਰਾ ਪੇਸ਼ ਕਰਨ ਵਾਸਤੇ, ਉਹਨਾਂ ਰਸਾਂ ਨੂੰ ਸਾਹਮਣੇ ਲਿਆਉਣ ਵਾਸਤੇ ਇਹ ਸੰਗੀਤ ਦੀ ਵਰਤੋਂ ਕੀਤੀ ਜਾਂਦੀ ਹੈ।